कोरोना वायरस के चलदियाँ भी रवनीत सिंह बिट्टू जी जिहड़े आ दिखे नहीं, लुधियाने मिले नहीं लोगों नूं, लुधियाने गलबात नहीं की, पर फेसबुक ते लाइव जज भी ते दलजीत दोसांझ के खिलाफ जरूर होए, पर लोगों का एक तुहाडे खिलाफ जिहड़ी नाराज़गी भी आ रही है। मैनू किहड़ा सियाणा कहूगा, मैनू किहड़ा अकलमंद कहूगा भी जदों मेरे रोज़ 500 बंदा मैं इकट्ठा करके जां मैं किसी रोज़ काउंसलर के घरे आके बह जावां भी मैनू लोग कहण वाह 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 बिट्टू बहुत वधिया काम कर रहा, तो उहदा नुकसान जे लोकां नूं हो जे, मैं तो अपनी सियाणप देखनी है, किसी के कहण तो मैं कि मैनू की फर्क है, कोई कुछ कही जाए, पर मैं देखना लोगों का चंगा किवें आ, लोगों का फायदा किवें आ। भाई निर्मल सिंह जी की गल की है, पर जिहड़ा उन्हां दा संस्कार रोकिया गया वो भी जिन्हें रोकिया वो तुहाडी पार्टी नाल ही बिलोंग करता सी, मतलब ਜਿਹੜੀਆਂ ਸ਼ਮਸ਼ਾਨ ਘਾਟਾਂ ਹੈ ਉਹ ਵੀ ਸਾਡੇ ਪਾਰਟੀਆਂ ਦੇ ਨਾਂ ਤੇ ਹੋ ਗਈਆਂ, ਉਹ ਵੀ ਕਾਂਗਰਸ ਅਕਾਲੀ ਦਲ ਬੀਜੇਪੀ ਦੀਆਂ ਹੋ ਗਈਆਂ। ਲੋਕਾਂ ਦੀ ਗੱਲ ਆ ਜਾਂਦੀ ਸੀ ਤਾਂ ਇਕੱਠੇ ਹੋ ਕੇ ਲੋਕਾਂ ਦੀ ਇੱਕ ਆਵਾਜ਼ ਉਠਾ ਕੇ ਉਹ ਲੜਦੇ ਸੀ। ਅਸੀਂ ਤਾਂ ਉਹ ਸਿੱਖਿਆ। ਜਾਂ ਕਾਂਗਰਸ ਅਕਾਲੀ ਦਲ ਬੀਜੇਪੀ ਇਹ ਬਹੁਤ ਛੋਟੀਆਂ ਗੱਲਾਂ ਇਨਸਾਨੀਅਤ ਦੇ ਕੋਲ। ਇਲੈਕਸ਼ਨਾਂ ਤੋਂ ਬਾਅਦ ਉਹ 15 ਦਿਨਾਂ ਤੋਂ ਬਾਅਦ ਇੱਕ ਦੂਜੇ ਨੂੰ ਉਸੇ ਤਰੀਕੇ ਨਾਲ ਪਰਿਵਾਰ ਵਾਂਗੂ ਰਹਿਣਾ ਚਾਹੀਦਾ। ਹਾਰ ਆ ਜਿੱਤ ਆ ਉਹ ਲੋਕਾਂ ਨੇ ਫੈਸਲਾ ਕਰਨਾ। ਉਹ ਅਸੀਂ ਤਾਂ ਕਿਸੇ ਨੂੰ ਢਾਉਣਾ ਨਹੀਂ ਹੁੰਦਾ ਵੀ ਮੈਂ ਕਿਸੇ ਦੀ ਪਿੱਠ ਲਵਾਤੀ ਜਾਂ ਮੇਰੀ ਕਿਸੇ ਨੇ ਲਵਾਤੀ ਜਾਂ ਮੈਂ ਲਵਾਤੀ। ਉਹਨਾਂ ਲੋਕਾਂ ਨੇ ਫੈਸਲਾ ਕਰਨਾ ਕਰਤਾ। ਉਸ ਤੋਂ ਬਾਅਦ ਜਿਹੜੇ ਰਿਸ਼ਤੇ ਆ ਲੋਕਾਂ ਦੇ ਕੰਮ ਪਿੱਛੇ ਇਕੱਠੇ ਹੋਣੇ ਚਾਹੀਦੇ ਆ। ਸਿਵਲ ਹਸਪੀਟਲ ਲੁਧਿਆਣਾ ਜਿਹੜਾ ਉਹ ਲੈਵਲ 2 ਤੇ ਆ, ਲੈਵਲ 3 ਹੈ ਜਿੱਥੇ ਮੈਡੀਕਲ ਕਾਲਜ ਨੇ, ਜਿੱਥੇ ਹੋਰ ਪ੍ਰਬੰਧ ਨੇ ਵੱਡੇ। ਹੁਣ ਆਪਣੇ ਕੋਲ ਮੈਡੀਕਲ ਕਾਲਜ ਆ ਜਾਂਦੇ ਆ, DMC ਵੀ ਆ ਜਾਂਦਾ, CMC ਵੀ ਆ ਜਾਂਦਾ, ਪਰ ਪ੍ਰਾਈਵੇਟ ਆ ਜਾਂਦੇ ਆ। ਜੇ ਇੱਕ ਮਰੀਜ਼ ਨੂੰ ਤੁਸੀਂ ਰੈਫਰ ਕਰਦੇ ਹੋ ਸਿੱਧਾ ਜਾਵੇ ਤਾਂ ਉਹ ਨਹੀਂ ਕੋਈ ਗੱਲ। ਜੇ ਇੱਕ ਮਰੀਜ਼ ਤੁਸੀਂ ਰੈਫਰ ਕਰਦੇ ਹੋ, ਜਦੋਂ ਲੈਵਲ 3 ਵਾਲੀ ਗੱਲ ਆ ਜਾਂਦੀ ਆ, ਪੇਸ਼ੈਂਟ ਦਾ ਬਹੁਤ ਔਖਾ ਵੈਂਟੀਲੇਟਰ 'ਤੇ ਜਾਣ ਲੱਗਦਾ ਜਾਂ ਚਲੇ ਜਾਂਦਾ ਹੈ, ਉਦੋਂ ਤਕਰੀਬਨ ਇੱਕ ਪੇਸ਼ੈਂਟ ਨੂੰ ਮਿਨੀਮਮ 9 ਲੱਖ ਰੁਪਏ ਦਾ ਬਿੱਲ ਹੈ ਜਿਹੜੀ ਉਹ ਸਰਕਾਰ ਦਿੰਦੀ ਹੈ। ਸਾਡਾ ਪੂਰਾ ਪਾਰਲੀਮੈਂਟ ਸੈਂਟਰ ਸਟੇਟ ਵੱਲੋਂ ਜ਼ੋਰ ਹੋਏਗਾ ਵੀ ਕਿਸੇ ਤਰੀਕੇ ਨਾਲ ਸਰਕਾਰੀ ਕੋਈ ਵੱਡਾ ਹਸਪੀਟਲ ਗਵਰਨਮੈਂਟ ਲੈਵਲ ਦਾ ਜਿਹੜਾ ਉਹ ਚਾਹੇ ਸੈਂਟਰ ਸਟੇਟ ਕਿਵੇਂ ਵੀ ਕਰਕੇ ਲੁਧਿਆਣੇ 'ਚ ਲੈ ਕੇ ਆਵੇ। ਉਹ ਅੱਜ ਲੋੜ 100% ਆ ਜਿਹੜੀ ਉਹ ਹੈਗੀ ਆ। ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅੱਜ ਸਿਵਲ ਹਸਪੀਟਲ ਪਹੁੰਚੇ ਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਿਹੜਾ ਹੈ ਪਰਪਸ ਪੁੱਛਦੇ ਆ ਵੀ ਅੱਜ ਆਉਣ ਦਾ ਕੀ ਪਰਪਸ ਸੀ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਲੁਧਿਆਣੇ ਤੇ ਪੰਜਾਬ 'ਚ ਜਿਹੜੇ ਕੋਵਿਡ ਦੇ ਕੇਸ ਨੇ ਉਹ ਵੀ ਜਿਹੜੇ ਨੇ ਰੈਗੂਲਰ ਵੱਧਦੇ ਜਾ ਰਹੇ ਆ, ਤੇ ਇਹਨਾਂ ਤੋਂ ਜਿਹੜੇ ਫੈਸਿਲਿਟੀਜ਼ ਬਾਰੇ ਵੀ ਪੁੱਛਦੇ ਆ ਵੀ ਜਿਹੜੇ ਲੁਧਿਆਣੇ ਤੇ ਪੰਜਾਬ 'ਚ ਕੀ ਫੈਸਿਲਿਟੀਜ਼ ਨੇ ਕੋਵਿਡ ਨਾਲ ਲੜਨ ਲਈ। ਪਹਿਲਾਂ ਤਾਂ ਬਿੱਟੂ ਜੀ ਤੁਸੀਂ ਦੱਸੋਗੇ ਵੀ ਅੱਜ ਆਉਣ ਦਾ ਮੇਨ ਪਰਪਸ ਕੀ ਹੈ? ਦੇਖੋ, ਮੈਂ ਜਦੋਂ ਸਭ ਤੋਂ ਪਹਿਲਾਂ ਕੋਵਿਡ ਸ਼ੁਰੂ ਹੋਇਆ ਸੀ ਉਦੋਂ ਵੀ ਇਸ ਤਰੀਕੇ ਨਾਲ ਤਿਆਰੀ ਦਾ ਜਾਇਜ਼ਾ, ਜਦੋਂ ਤੁਹਾਨੂੰ ਪਤਾ ਸੰਗਤ ਆਈ ਸਾਰੀ, ਜਾਂ ਸਾਡੇ ਆਪਾਂ ਬੜੇ ਬਾਕੀ ਸਟੇਟਾਂ ਦੇ ਪ੍ਰਵਾਸੀ ਤਾਂ ਮੈਂ ਨਹੀਂ ਕਹੂੰਗਾ, ਉਸ ਵੇਲੇ ਟ੍ਰੇਨਾਂ 'ਚ ਭੇਜ ਰਹੇ ਸੀ, ਉਦੋਂ ਲੋੜ ਸੀ। ਹੁਣ ਇਹ ਆ ਵੀ ਆਉਣ ਵਾਲੇ ਜਿਹੜੇ ਬਰਸਾਤਾਂ ਦੇ ਦਿਨ ਨੇ ਸ਼ੁਰੂ ਹੋਏ ਆ, ਇਹ ਜ਼ਿਆਦਾ ਖਤਰਨਾਕ ਦਿਨ ਨੇ, ਕੇਸ ਵਧਣ ਦੀ ਉਮੀਦ ਆ, ਨਾਲ ਡੇਂਗੂ ਆ, ਸਾਰਾ ਕੁਛ ਆ। ਇਸ ਕਰਕੇ ਦੇਖਣ ਆਏ ਸੀ ਵੀ ਉਹਦੇ ਲਈ ਅਲੱਗ-ਅਲੱਗ ਡਾਕਟਰ ਸਾਹਿਬ ਅਰੁਣ ਜੀ ਬੈਠੇ ਆ, ਮੈਡਮ ਅਮਨਪ੍ਰੀਤ ਜੀ ਨੇ, ਹੋਰ ਸਾਰਿਆਂ ਨਾਲ ਗੱਲ ਕੀਤੀ ਵੀ ਕੀ, ਕਿਉਂਕਿ ਇਹਨਾਂ ਦੇ ਕੋਲ ਸਾਰਾ ਪ੍ਰੋਕਿਉਰਮੈਂਟ ਦਾ ਜਿਹੜਾ ਸਟੋਰ ਕੰਟਰੋਲ ਆ ਵੀ ਹਰ ਚੀਜ਼ ਹੈਗੀ ਆ। ਬਾਕੀ ਜਿਹੜੇ 3 ਡਾਕਟਰ ਨੇ, ਜਿਹੜੇ 4 ਨੇ ਜਿਹੜੇ ਅੰਦਰ ਮੈਡੀਸਨ ਦੇ ਕੰਮ ਕਰਦੇ ਆ, ਉਹਨਾਂ ਨੂੰ ਵੀ ਕੀ ਹਜੇ ਤੱਕ ਸਾਹਮਣਾ ਕਿਵੇਂ ਕੀਤਾ। ਅੱਗੇ ਹੁਣ 2 ਮਹੀਨੇ ਜਿਹੜੇ ਜ਼ਿਆਦਾ ਬਰਸਾਤਾਂ ਦੇ ਨੇ, ਸਿਆਲਾਂ 'ਚ ਕੇਸ ਘਟਣਗੇ, ਮੈਂ ਕੋਈ ਡਾਕਟਰ ਤਾਂ ਨਹੀਂ ਗਾ, ਪਰ ਇਹ 'ਚ ਵਧਣੇ ਆ। ਉਹਦੇ ਲਈ ਜਾਇਜ਼ਾ ਲੈਣ, ਤਕਰੀਬਨ ਗਰਾਊਂਡ 'ਤੇ ਗੱਲ ਕਰਨ ਵੀ ਜਿਹੜੀਆਂ ਵੱਡੀਆਂ ਮੀਟਿੰਗਾਂ ਉਹ ਹੁੰਦੀਆਂ ਰਹਿੰਦੀਆਂ ਨੇ, DC ਸਾਹਿਬ, ਕਮਿਸ਼ਨਰ ਸਾਹਿਬ, ਸਾਡੀਆਂ ਜਿਹੜੀਆਂ SMO CMO ਨਾਲ ਥੱਲੇ ਪਤਾ ਲੱਗੇ ਵੀ ਡਾਕਟਰ ਕੀ ਕਹਿ ਰਹੇ ਆ, ਉਹਨਾਂ ਨਾਲ ਕੀ ਗੱਲਬਾਤ ਕਰਨ ਦਾ ਜਿਹੜਾ ਉਹ ਮੌਕਾ ਮਿਲੇ। ਰਵਨੀਤ ਸਿੰਘ ਬਿੱਟੂ ਜੀ, ਗੱਲ ਇਹ ਆਉਂਦੀ ਹੈ ਵੀ ਜਿਹੜੀਆਂ ਫੈਸਿਲਿਟੀਜ਼ ਲੁਧਿਆਣੇ 'ਚ ਨੇ, ਕੀ ਤੁਸੀਂ ਉਹਨਾਂ ਨਾਲ ਜਿਹੜਾ ਸੈਟਿਸਫਾਈ ਹੋ? ਦੇਖੋ, ਇੱਕ ਤਾਂ ਇਹ ਬਿਮਾਰੀ ਇੱਕ ਐਸੀ ਆ ਵੀ ਜਿਹਦੇ ਬਾਰੇ ਕਦੇ ਪਤਾ ਹੀ ਨਹੀਂ ਸੀ। ਤਿਆਰੀ ਤਾਂ ਉਹਦੀ ਹੁੰਦੀ ਆ ਜਿਹੜਾ ਆਪਾਂ ਨੂੰ ਪਤਾ ਹੋਵੇ ਵੀ ਉਹਦੀ ਅੱਗੇ ਤਿਆਰੀ, ਜਿਵੇਂ ਬਰਸਾਤਾਂ 'ਚ ਤੁਸੀਂ ਕਹਿ ਲਓ ਵੀ ਆਪਾਂ ਹਰ ਵਾਰ ਤਿਆਰੀ ਕਰਦੇ ਹਾਂ ਕੋਈ ਐਸੀ ਵੀ ਆਹ ਦਿਨਾਂ ਦੇ ਵਿੱਚ ਆਹ ਡਿਸੀਜ਼ ਚੱਲ ਸਕਦਾ, ਇਹਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਗਰਮੀਆਂ ਦੇ ਵਿੱਚ ਕਿਸ ਤਰੀਕੇ ਦੇ ਉਹ ਸਾਰਾ ਪਤਾ ਹੁੰਦਾ ਵੀ ਕੈਸੇ ਮਰੀਜ਼ ਆਉਂਦੇ ਨੇ, ਜਿਹੜੇ ਕਾਮਨ ਨੇ ਉਹ ਤਾਂ ਇਲਾਜ ਚੱਲਦੇ ਰਹਿੰਦੇ ਆ, ਪਰ ਸਰਕਾਰਾਂ ਇਹ ਵੀ ਪ੍ਰਿਪੇਅਰ ਕਰਦੀਆਂ ਵੀ ਕਿਸ ਤਰੀਕਾ ਦੇ ਕਿਹੜੇ ਮਹੀਨਿਆਂ ਦੇ ਵਿੱਚ ਕੈਸੇ ਮੌਸਮ ਨੇ ਕੀ ਇਹ ਹੋ ਸਕਦਾ। ਪਰ ਇਹ ਜਿਹੜਾ ਇੱਕ ਜਿਹਨੂੰ
ਆਪਾਂ ਮਹਾਂਮਾਰੀ ਕਹਿੰਦੇ ਆ ਵੀ 100 ਸਾਲ ਤੇ ਪੁਸ਼ਤਾਂ ਨੇ ਦੇਖੀ ਨਹੀਂ ਸੀ, ਉਹ ਆਈ, ਉਹਦੀ ਕੋਈ ਤਿਆਰੀ ਨਾ ਹੈਗੀ ਸੀ ਨਾ ਉਹਦੀ ਤਿਆਰੀ ਕੋਈ ਹੋ ਸਕਦੀ ਆ, ਕਿਉਂਕਿ ਉਹ ਐਡੀ ਵੱਡੀ ਮਹਾਂਮਾਰੀ, ਉਹ ਤਾਂ ਅਮਰੀਕਾ ਵਰਗੇ ਜਾਂ ਜਿਹੜੇ ਸਭ ਤੋਂ ਹੈਲਥ ਦੇ ਸਭ ਤੋਂ ਆਪਣੇ ਨੂੰ ਚੰਗੇ ਮੁਲਕ, ਇਟਲੀ ਵਰਗੇ, ਸਵੀਡਨ ਵਰਗੇ ਜਾਂ ਇੰਗਲੈਂਡ ਵਰਗੇ ਜਿਹੜੇ ਦੁਨੀਆ 'ਤੇ ਰਾਜ ਕਰਦੇ ਸੀ, ਉਹ ਫੇਲ ਹੋ ਗਏ। ਆਪਾਂ ਤਾਂ ਇਹਦੇ ਨਾਲ ਨਾਲ ਰੋਜ਼ ਸਿੱਖ ਰਹੇ ਹਾਂ। ਹਾਂ, ਜਿੱਥੇ ਤੱਕ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਆ, ਲੁਧਿਆਣਾ ਸਭ ਤੋਂ ਵੱਡਾ ਸ਼ਹਿਰ ਆ ਪੰਜਾਬ ਦਾ, ਇੱਥੇ ਸਭ ਤੋਂ ਵੱਧ ਸਹੂਲਤਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਏ, ਉਹ 'ਚ ਕਿਉਂ ਘਾਟ ਆ? ਕਿਉਂਕਿ ਕਿਸੇ ਵੇਲੇ ਸਾਡੇ ਕੋਲ ਡੀਐਮਸੀ ਤੇ ਸੀਐਮਸੀ ਆਪਾਂ ਬਹੁਤ ਵੱਡਾ ਉਹਦਾ ਸਾਨੂੰ ਫਾਇਦਾ ਸੀ, ਲਾਹਾ ਸੀ। ਅਤੇ ਜਦੋਂ ਵੀ ਸੈਂਟਰ ਗੌਰਮੈਂਟ, ਸਟੇਟ ਗੌਰਮੈਂਟਸ ਨੇ ਸੋਚਿਆ, ਉਦੋਂ ਬਾਅਦ ਜਿਹੜੀ ਅੱਜ ਸਾਨੂੰ ਕਮੀ ਮਹਿਸੂਸ ਆ ਰਹੀ ਹੈ, ਹੁਣ ਇਹ ਸਿਵਲ ਹੌਸਪੀਟਲ ਤਾਂ ਹੈਗਾ ਏ, ਅਤੇ ਸਿਵਲ ਹੌਸਪੀਟਲ ਨੂੰ ਇਹਨਾਂ ਨੇ ਲੈਵਲ 1, ਲੈਵਲ 2, ਲੈਵਲ 3, ਮੈਂ ਹੁਣੇ ਗੱਲ ਕਰ ਰਿਹਾ ਸੀ, ਸਿਵਲ ਹੌਸਪੀਟਲ ਲੁਧਿਆਣਾ ਜਿਹੜਾ ਉਹ ਲੈਵਲ 2 'ਤੇ ਆ, ਲੈਵਲ 3 ਹੈ ਜਿੱਥੇ ਮੈਡੀਕਲ ਕਾਲਜ ਨੇ, ਜਿੱਥੇ ਹੋਰ ਪ੍ਰਬੰਧ ਨੇ ਵੱਡੇ। ਹੁਣ ਆਪਣੇ ਕੋਲ ਮੈਡੀਕਲ ਕਾਲਜ ਆ ਜਾਂਦੇ ਆ, ਡੀਐਮਸੀ ਵੀ ਆ ਜਾਂਦਾ, ਸੀਐਮਸੀ ਵੀ ਆ ਜਾਂਦਾ, ਪਰ ਪ੍ਰਾਈਵੇਟ ਆ ਜਾਂਦੇ ਆ। ਜੇ ਇੱਕ ਮਰੀਜ਼ ਨੂੰ ਤੁਸੀਂ ਰੈਫਰ ਕਰਦੇ ਹੋ, ਸਿੱਧਾ ਜਾਵੇ ਤਾਂ ਉਹ ਨਹੀਂ ਕੋਈ ਗੱਲ, ਜੇ ਇੱਕ ਮਰੀਜ਼ ਤੁਸੀਂ ਰੈਫਰ ਕਰਦੇ ਹੋ, ਜਦੋਂ ਲੈਵਲ 3 ਵਾਲੀ ਗੱਲ ਆ ਜਾਂਦੀ ਆ, ਪੇਸ਼ੈਂਟ ਦਾ ਬਹੁਤ ਔਖਾ ਵੈਂਟੀਲੇਟਰ 'ਤੇ ਜਾਣ ਲੱਗਦਾ ਜਾਂ ਚਲੇ ਜਾਂਦਾ ਹੈ, ਉਦੋਂ ਤਕਰੀਬਨ ਇੱਕ ਪੇਸ਼ੈਂਟ ਨੂੰ ਮਿਨੀਮਮ 9 ਲੱਖ ਰੁਪਏ ਦਾ ਬਿੱਲ ਆ ਜਿਹੜੀ ਉਹ ਸਰਕਾਰ ਦਿੰਦੀ ਆ। ਹੁਣ ਜਦੋਂ ਜਾਂ ਤਾਂ ਸਾਡੇ ਕੋਲ ਜੇ ਤਾਂ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਨਹੀਂ ਗਾ ਤਾਂ ਫਿਰ ਡਾਕਟਰ ਰੈਫਰ ਕਰ ਦਿੰਦੇ ਆ ਪਟਿਆਲੇ, 2 ਘੰਟੇ ਜਾਣ ਨੂੰ ਲੱਗ ਜਾਂਦੇ ਆ। ਜੇ ਹੁਣ ਪੇਸ਼ੈਂਟ ਬਹੁਤ ਹੀ ਇੱਕਦਮ ਸੀਰੀਅਸ ਹੋ ਗਿਆ, ਫਿਰ ਸਾਨੂੰ ਰੈਫਰ ਕਰਨਾ ਪੈਂਦਾ ਸੀਐਮਸੀ, ਡੀਐਮਸੀ, ਅਤੇ ਉਹਨਾਂ ਦੇ ਉੱਤੇ ਉਹਨਾਂ ਦੀ ਕੈਪੈਸਿਟੀ ਕਿੰਨੀ ਆ, ਕਿੰਨੇ ਬੈੱਡਸ ਨੇ, ਕੀ ਉਹ ਲੈਂਦੇ ਆ, ਕੀ ਉਹ ਨਹੀਂ ਲੈਂਦੇ ਪੇਸ਼ੈਂਟ, ਕਈ ਵਾਰ 100 ਗੱਲਾਂ ਹੁੰਦੀਆਂ ਏ, ਪਰ ਉਹ ਸਾਨੂੰ ਅਗਲੇ ਆਉਣ ਵਾਲੇ ਦਿਨਾਂ 'ਚ ਆ ਤਾਂ ਹੁਣ ਇਹ ਗੱਲ ਤਾਂ ਇੱਕ ਮਹਾਂਮਾਰੀ ਐਸੀ ਸੀ ਆਈ, ਅਗਲੇ ਦਿਨਾਂ ਦੇ ਵਿੱਚ ਜਿੰਨਾ ਮੇਰਾ ਰੋਲ ਆ ਜਾਂ ਸਭ ਦਾ, ਹਰ ਪਾਰਟੀ ਦਾ, ਕਿਸੇ ਇਹ 'ਚ ਕੋਈ ਸਿਆਸਤ ਨਹੀਂ, ਆਉਣ ਵਾਲੇ ਦਿਨਾਂ 'ਚ ਸਾਨੂੰ ਚਾਹੇ ਸੈਂਟਰ ਗੌਰਮੈਂਟ ਤੋਂ, ਜਿਹੜੇ ਕਿ ਜਦੋਂ ਵੀ ਉਹਨਾਂ ਨਾਲ ਗੱਲ ਕਰੀਦੀ ਹੈ ਸਟੇਟ ਗੌਰਮੈਂਟ ਨਾਲ, ਉਹ ਜ਼ਿਲ੍ਹਿਆਂ ਵੱਲੋਂ ਜ਼ਿਆਦਾ ਧਿਆਨ ਦਿੰਦੇ ਆ ਜਿੱਥੋਂ ਪੇਸ਼ੈਂਟ ਪਹਿਲਾਂ ਲੁਧਿਆਣੇ ਵੱਲ ਨੂੰ ਆਉਂਦੇ ਆ, ਚਾਹੇ ਉਹ ਫਰੀਦਕੋਟ ਸੀ, ਚਾਹੇ ਉਹ ਬਠਿੰਡਾ ਸੀ, ਚਾਹੇ ਉਹ ਫਾਜ਼ਿਲਕਾ ਸੀ, ਚਾਹੇ ਉਹ ਫਿਰੋਜ਼ਪੁਰ ਸੀ, ਸੰਗਰੂਰ ਸੀ, ਉੱਧਰ ਹੁਣ ਮਾਲਵੇ 'ਚ ਕਾਫੀ, ਚਾਹੇ ਪੀਜੀਆਈ ਕਰੀਏ, ਸੈਟੇਲਾਈਟ ਸੈਂਟਰ ਕਰੀਏ, ਏਮਸ ਦੀ ਗੱਲ ਕਰੀਏ। ਹੁਣ ਅੱਗੇ ਇਹ ਲੱਗਦਾ ਸੀ ਜਦੋਂ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ, ਤੁਹਾਡੇ ਕੋਲ ਤਾਂ ਫਿਰ ਵੀ ਇਹ ਹੈਗੇ ਆ ਲੁਧਿਆਣੇ 'ਚ, ਸਾਨੂੰ ਦੇ ਦਿਓ। ਹੁਣ ਉੱਥੇ ਸਾਰੇ ਇਹ ਬਣ ਗਏ ਆ। ਹੁਣ ਅਗਲੀ ਜਿਹੜੀ ਗੱਲ ਆ ਉਹ ਲੁਧਿਆਣੇ ਨੂੰ ਕਿਉਂਕਿ ਤਕੜਾ ਕਰਨ ਦੀ ਲੋੜ ਆ, ਜਲੰਧਰ ਵੀ ਉਨੀ, ਉੱਥੇ ਜਾਂ ਅੰਮ੍ਰਿਤਸਰ ਆ ਉਦੋਂ ਬਾਅਦ, ਜਾਂ ਫਿਰ ਉਦੋਂ ਬਾਅਦ ਸਭ ਤੋਂ ਵੱਡਾ ਲੁਧਿਆਣਾ ਆ ਜਾਂਦਾ। ਅਤੇ ਅਗਲਾ ਫੋਕਸ ਆ ਜਿਹੜਾ ਸਾਡਾ ਪੂਰਾ ਪਾਰਲੀਮੈਂਟ, ਸੈਂਟਰ, ਸਟੇਟ ਵੱਲੋਂ ਜ਼ੋਰ ਹੋਏਗਾ ਵੀ ਕਿਸੇ ਤਰੀਕੇ ਨਾਲ ਸਰਕਾਰੀ ਕੋਈ ਵੱਡਾ ਹੌਸਪੀਟਲ ਗੌਰਮੈਂਟ ਲੈਵਲ ਦਾ ਜਿਹੜਾ ਉਹ ਚਾਹੇ ਸੈਂਟਰ ਸਟੇਟ ਕਿਵੇਂ ਵੀ ਕਰਕੇ ਲੁਧਿਆਣੇ 'ਚ ਲੈ ਕੇ ਆਵੇ। ਉਹ ਅੱਜ ਲੋੜ 100% ਆ ਜਿਹੜੀ ਉਹ ਹੈਗੀ ਆ। ਉਹ ਲੜਾਈ ਇਕੱਠੇ ਹੋ ਕੇ ਲੜਨੀ ਪੈਣੀ ਹੈ। ਲੜਾਈ ਤਾਂ ਕਾਹਦੀ ਹੁੰਦੀ ਆ, ਮਿਹਨਤ ਇਕੱਠੇ ਹੋ ਕੇ ਕਰਨੀ ਪੈਣੀ ਆ, ਕੋਆਰਡੀਨੇਸ਼ਨਾਂ ਕਰਨੀ ਪੈਣੀ ਆ। ਕਿਸੇ ਨੂੰ ਇਹ ਨਹੀਂ ਵੀ ਕਿਸੇ 'ਤੇ ਕੋਈ ਕ੍ਰੈਡਿਟ ਆ ਜਾਂ ਕੋਸ਼ਿਸ਼ ਕਰਾਂਗੇ, ਮੇਰੀ ਵੀ ਕੋਸ਼ਿਸ਼ ਹੋਊਗੀ ਵੀ ਸਭ ਪਾਰਟੀਆਂ ਇਕੱਠੇ ਹੋ ਕੇ, ਕਾਂਗਰਸ ਉਰੇ ਆ, ਬੀਜੇਪੀ ਅਕਾਲੀ ਦਲ ਵਾਲਿਆਂ ਨੂੰ ਨਾਲ ਲੈ ਕੇ, ਚਾਹੇ ਬੈਂਸ ਸਾਹਿਬ ਵੀ, ਉਹਨਾਂ ਦੀ ਵੀ 2 ਸੀਟਾਂ, ਸਾਰੇ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਥੋੜ੍ਹਾ ਜਿਹਾ ਠੀਕ ਹੋ ਜੇ ਵੀ ਸੈਂਟਰ ਦੇ ਕੋਲ ਅਤੇ ਸੀਐਮ ਸਾਹਿਬ ਕੋਲ ਜਾ ਕੇ ਲੁਧਿਆਣੇ ਦੀ ਆਪਣੀ ਗੱਲ ਕਰੀਏ। ਕਿਉਂਕਿ ਅੱਜ ਇਹ ਸਾਨੂੰ ਕਿਤੇ ਨਾ ਕਿਤੇ ਰੜਕ ਪੈ ਰਹੀ ਆ ਵੀ ਸਾਨੂੰ ਉਹ ਪੇਸ਼ੈਂਟ ਨੇ ਜਿਹੜੇ ਉਹ ਸੀਐਮਸੀ, ਡੀਐਮਸੀ ਭੇਜਣੇ ਪੈਂਦੇ ਆ ਜਾਂ ਸਾਨੂੰ ਪਟਿਆਲੇ ਭੇਜਣੇ ਪੈ ਰਹੇ ਆ। ਪਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਚੈਨਲ ਰਾਹੀਂ ਮੈਂ ਇਹ ਵੀ ਗੱਲ ਕਰ ਰਿਹਾ ਵੀ ਮੈਂ ਆਪਣੇ ਵੱਲੋਂ ਤਾਂ ਗੱਲ ਕਰ ਰਹੀ, ਤਾਂ ਹੀ ਗਰਾਊਂਡ 'ਤੇ ਇਹ ਗੱਲਾਂ ਪਤਾ ਲੱਗਦੀਆਂ ਆ ਕੇ, ਜਿਹੜੀ ਕਮੀਆਂ ਵੀ ਹੁਣ ਅਗਲੇ ਦਿਨਾਂ 'ਚ, ਅੱਜ ਤੱਕ ਤਾਂ ਸਾਂਭ ਲਿਆ, ਹੁਣ ਅੱਗੇ ਦਿਨਾਂ ਜਦੋਂ ਬਰਸਾਤ 'ਚ ਮੈਂ ਕਹਿ ਰਿਹਾ ਵੀ ਪੇਸ਼ੈਂਟ ਵਧਣ ਦੀ ਉਮੀਦ ਆ, ਅਤੇ ਫਿਰ ਸਾਡੀਆਂ ਕੱਲ੍ਹ ਨੂੰ ਸਾਡੇ 'ਤੇ ਕੋਈ ਕਮੀਆਂ ਰਹਿ ਜਾਣ, ਰੋਪ ਲੱਗਣੇ ਤੋਂ ਤਾਂ ਲੱਗਣੀ ਉਹ ਕੋਈ ਗੱਲ ਨਹੀਂ, ਉਹ ਸਰਕਾਰਾਂ 'ਤੇ ਕਮੀਆਂ ਜੇ ਲੱਗਣੇ ਵੀ ਚਾਹੀਦੇ ਆ ਅਤੇ ਲੋਕਤੰਤਰ 'ਚ ਲੱਗਦੀਆਂ ਵੀ ਆ। ਪਰ ਅੱਜ ਜਦੋਂ ਇਹ ਕਮੀ ਮਹਿਸੂਸ ਹੋਈ ਤਾਂ ਜ਼ਰੂਰ ਗੱਲ ਕਰਨ ਵਾਲੇ ਵੀ ਆਉਣ ਵਾਲੇ ਦਿਨਾਂ ਜਾਂ ਸੀਐਮਸੀ ਨੂੰ ਜਾਂ ਡੀਐਮਸੀ ਨੂੰ ਲੈਵਲ 3 ਆ ਉੱਥੇ ਜਾਂ ਉਹਨਾਂ ਨੂੰ ਟੇਕ ਓਵਰ ਕਰੋ, ਅਲੱਗ ਇੱਕ ਬਲੋਕ ਲਓ, ਕਿਵੇਂ ਵੀ ਆ ਜਿਹੜਾ ਉਹਨੂੰ ਲੈਵਲ 3 ਤੱਕ ਸੀਐਮ ਸਾਹਿਬ ਨਾਲ ਰਿਕੁਐਸਟ ਕਰਾਂਗੇ, ਚੀਫ ਸੈਕਟਰੀ ਸਾਹਿਬ ਨਾਲ ਰਿਕੁਐਸਟ ਕਰਾਂਗੇ ਵੀ ਕੋਈ ਵੀ ਨੁਕਸਾਨ ਆ ਜਿਹੜਾ ਨਾ ਹੋਵੇ। ਕਿਉਂਕਿ ਅੱਜ ਤੱਕ ਬਹੁਤ ਡਾਕਟਰਾਂ ਨੇ ਮਿਹਨਤ ਕੀਤੀ ਆ। ਦੇਖੋ
ਜਿਹੜੇ ਆਪਾਂ ਆਪਣੇ ਘਰ ਦੇ ਨੂੰ ਵੀ ਡਰ ਲੱਗਦਾ ਸੀ, ਡਰਦੇ ਆ ਵੀ ਯਾਰ ਸਾਨੂੰ ਨਾ ਹੋ ਜੇ ਕਿਤੇ ਬਸ ਛੱਡ ਆਈਏ ਇਹਨੂੰ ਹਸਪੀਟਲ ਨੂੰ, ਕੋਵਿਡ ਹੋ ਗਿਆ ਵੀ ਇਹਨੂੰ ਛੱਡ ਆਈਏ, ਤੇ ਉਹਨਾਂ ਨੂੰ ਇਹਨਾਂ ਨੇ ਸਾਂਭਿਆ। ਜਿਨ੍ਹਾਂ ਤੋਂ ਆਪਾਂ ਖਹਿੜਾ ਛਡਾ ਲਿਆ ਸੀ, ਇਹਨਾਂ ਨੇ ਤੰਦਰੁਸਤ ਕਰਕੇ ਦੇਖੋ ਡੈਥ ਜਿਹੜੀ ਉਹ ਅੱਜ ਜੇ ਰੇਟ ਕੱਢੀਏ ਤਾਂ ਦੁਨੀਆ 'ਚ ਸਭ ਤੋਂ ਘੱਟ ਆ, ਸਾਡੇ ਪੰਜਾਬ 'ਚ ਉਦੋਂ ਘੱਟ ਆ। ਇਹਨਾਂ ਦੀ ਇਹ ਡਾਕਟਰਾਂ ਦੀ ਮਿਹਨਤ ਆ ਨਾ, ਇਹ ਨਰਸਾਂ ਦੀ ਮਿਹਨਤ ਆ, ਇਹ ਸਟਾਫ ਆ ਜਿਹੜਾ ਸਾਰਾ ਪੂਰਾ ਸਟਾਫ, ਉਹਦੀ ਮਿਹਨਤ ਆ ਨਾ, ਜਿਹੜੇ ਦਿਨ ਰਾਤ ਕਿਤੇ ਗਏ ਨਹੀਂ, ਪਤਾ ਵੀ ਨਹੀਂ ਸੀ ਵੀ ਸਾਨੂੰ ਕੀ ਹੋਣਾ, ਸਾਡੇ ਬੱਚਿਆਂ ਨੂੰ ਕੀ ਹੋਣਾ, ਪਰਿਵਾਰਾਂ ਨੂੰ ਕੀ ਹੋਣਾ, ਲੱਗੇ ਰਹੇ ਤੇ ਅੱਜ ਤਾਂ ਚੀਫ ਮਿਨਿਸਟਰ ਤੱਕ, ਮੰਤਰੀਆਂ ਤੱਕ ਸਭ ਨੂੰ ਹੋਇਆ ਹੈ। ਇਸ ਕਰਕੇ ਇਹ ਲੜਾਈ ਲੜ ਰਹੇ ਆ। ਇਹਨਾਂ ਨੂੰ ਸਿਰਫ ਜਿੰਨੀ ਇਹਨਾਂ ਦੀ ਸ਼ਲਾਘਾ ਕੀਤੀ ਜਾਵੇ, ਇਹਨਾਂ ਦੀ ਪਿੱਠ ਥਾਪੀ ਜਾਵੇ, ਉਹ ਕੰਮ ਆ ਜਿਹੜਾ ਸਾਡਾ ਕਰਨਾ ਹੈ। ਕਿਉਂਕਿ CM ਅੱਜ ਸਿਵਲ ਹਸਪੀਟਲ 'ਚ ਮੈਂ ਕੋਈ ਆ ਕੇ ਕਿਸੇ ਨੂੰ ਠੀਕ ਨਹੀਂ ਕਰ ਸਕਦਾ, ਇਲਾਜ ਨਹੀਂ ਮੈਂ ਕਿਸੇ ਦਾ ਕਰ ਸਕਦਾ। ਮੇਰਾ ਮਕਸਦ ਇੰਨਾ ਹੈ ਵੀ ਜਿਹੜੇ ਇਹ ਬੈਠੇ ਨੇ ਅੱਜ ਛੁੱਟੀ ਵਾਲੇ ਦਿਨ ਵੀ ਇਹ ਬੈਠੇ ਨੇ, ਇਹਨਾਂ ਨੂੰ ਤਾਂ ਸ਼ਾਬਾਸ਼ੀ ਦਈਏ, ਇਹਨਾਂ ਦਾ ਹੌਸਲਾ ਤਾਂ ਵਧੇ ਭਾਈ, ਵੀ ਸਾਨੂੰ ਕੋਈ ਇਹ ਨਹੀਂ, ਪ੍ਰਮਾਤਮਾ ਦੇਖ ਰਿਹਾ ਇਹਨਾਂ ਨੂੰ, ਜਿਹੜਾ ਇਹਨਾਂ ਦੀ ਸੇਵਾ ਹੈ, ਪਰ ਇਹ ਪਤਾ ਲੱਗੇ ਵੀ ਹੋਰ ਵੀ ਲੋਕ ਇਹਨਾਂ ਨੂੰ ਦੇਖ ਰਹੇ ਆ ਤੇ ਇਹਨਾਂ ਦੇ ਕੰਮ ਨੂੰ ਸਲਾਮ ਆ ਇਹਨਾਂ ਦੀ, ਕਿਉਂਕਿ ਡਾਕਟਰਾਂ ਨੂੰ ਰੱਬ ਦਾ ਰੂਪ ਦਿੱਤਾ ਗਿਆ ਧਰਤੀ ਤੇ ਉਸੇ ਤਰੀਕੇ ਨਾਲ ਇਹ ਲੱਗੇ ਹੋਏ ਨੇ। ਇਹਨਾਂ ਦਾ ਬਹੁਤ ਵਧੀਆ ਕੰਮ ਵੀ ਆ। ਜੇ ਕੋਈ ਕਮੀ ਰਹਿੰਦੀ ਆ ਉਹ ਸਾਡੇ ਸਿਸਟਮ ਵੱਲੋਂ ਆ, ਸਾਡੇ ਪ੍ਰਬੰਧਾਂ ਵੱਲੋਂ ਆ, ਇਹਨਾਂ ਵੱਲੋਂ ਕੋਈ ਕਮੀ ਨਹੀਂ। ਬਿੱਟੂ ਸਾਹਿਬ ਗੱਲ ਇਹ ਆਉਂਦੀ ਆ ਵੀ ਬੈੱਡਸ ਦੀ ਕਮੀ ਹੋ ਰਹੀ ਹੈ। ਜਿਵੇਂ ਕੱਲ ਵੀ ਇੱਕ ਕੇਸ ਆਇਆ ਵੀ ਇੱਕ ਵਿਅਕਤੀ ਨੂੰ ਬੈੱਡ ਨਹੀਂ ਮਿਲਿਆ ਤੇ ਉਹਦੇ ਕਾਰਨ ਉਹਦੀ ਜਿਹੜੀ ਹੈ ਡੈਥ ਹੋ ਗਈ। ਦੇਖੋ ਫਿਰ ਮੇਰੀ ਇੱਕ ਬੇਨਤੀ ਆ, ਮੇਰੀ ਸਾਰਿਆਂ ਨੂੰ, ਪਹਿਲਾਂ ਪੇਸ਼ੈਂਟ ਨੂੰ ਲਈ ਸਿਵਲ ਹਸਪੀਟਲ ਲੈ ਆਓ, ਜੇ ਇਹਨਾਂ ਦਾ ਇਲਾਜ ਵੱਸਦਾ ਨਹੀਂ ਹੋਊਗਾ ਰੈਫਰ ਕਰ ਦੇਣਗੇ ਜਾਂ ਬੈੱਡ ਦਾ ਪ੍ਰਬੰਧ ਕਰਨਗੇ। ਆਪਾਂ ਨੂੰ ਕੀ ਲੋੜ ਪਈ ਆ ਪਹਿਲਾਂ CMC ਜਾਂ DM ਜਾਂ ਹੋਰ ਕਿਤੇ ਜਾਣ ਦੀ। ਜਦੋਂ ਹੁਣ ਮੈਂ ਸਪੈਸ਼ਲ ਪੁੱਛਿਆ, ਇਹ ਚਾਹੇ ਨਾਗਪਾਲ ਫੈਮਿਲੀ ਦੀ ਗੱਲ ਹੋ ਰਹੀ ਹੈ ਜਾਂ ਇੱਕ ਪੇਸ਼ੈਂਟ ਜਿਨ੍ਹਾਂ ਦੀ ਡੈਥ ਹੋਈ ਆ, ਉਹ ਜਦੋਂ ਉਰੇ ਮੈਂ ਡਾਕਟਰ ਨੂੰ ਆਪ ਬੁਲਾ ਕੇ ਮੈਂ ਮਿਲਿਆ, ਉਹਨਾਂ ਨੂੰ ਪੁੱਛਿਆ ਵੀ ਕੀ ਪੋਜੀਸ਼ਨ ਸੀ ਉਹਦੀ। ਉਹ ਇਹ ਸੀ ਵੀ ਉਸ ਵੇਲੇ ਜਦੋਂ 8 ਘੰਟੇ ਉਹ ਆਪਣੇ ਘਰ ਤੋਂ ਇਹ ਜਿਹੜੇ ਪ੍ਰਾਈਵੇਟ ਹਸਪੀਟਲ 4 ਘੰਟੇ ਕਿਤੇ ਖੜੇ ਰਹੇ, 4 ਘੰਟੇ ਕਿਤੇ ਰਹੇ, ਜਦ ਤਾਈਂ ਉਰੇ ਆਏ ਤਾਂ ਉਹਨਾਂ ਦੇ ਮਤਲਬ ਮੈਂ ਹੁਣ ਇਹ ਨਹੀਂ ਕਹਿ ਸਕਦਾ ਵੀ ਉਹਨਾਂ ਦਾ ਬਹੁਤ ਕੰਡੀਸ਼ਨ ਆ ਜਿਹੜੀ ਉਹ ਮਾੜੀ ਹੋ ਚੁੱਕੀ ਸੀ। ਤੇ ਇਸ ਕਰਕੇ ਮੇਰੀ ਤਾਂ ਇਹੀ ਰਿਕੁਐਸਟ ਆ ਵੀ ਇਹ ਐ ਨਾ ਸਮਝੋ ਕੋਈ ਕਮੀ ਨਹੀਂ ਗੀ। ਇੰਨੇ ਮਰੀਜ਼ ਹੁਣ ਵੀ 70 ਮਰੀਜ਼ ਇਸ ਵੇਲੇ ਤਾਂ ਪਏ ਨੇ ਇੱਥੇ ਹੀ, ਤੇ ਰੋਜ਼ ਠੀਕ ਹੁਣ ਅੱਜ ਦੱਸ ਰਹੇ ਸੀ 6 ਪੇਸ਼ੈਂਟ ਜਿਹੜੇ ਕਿ ਲਗਾਤਾਰ 3 ਦਿਨ ਤੋਂ ਨਾ 6 ਦਿਨ ਤੋਂ ਉਹ ਮਰੀਜ਼ ਨੇ ਜਿਹੜੇ ਉਹ ਆਕਸੀਜਨ 'ਤੇ ਸੀਗੇ, ਤੇ ਆ 3 ਦਿਨ ਹੋ ਗਏ ਬਿਲਕੁਲ ਠੀਕ ਤੰਦਰੁਸਤ ਕਰਕੇ ਉਹਨਾਂ ਛੁੱਟੀ ਹੋਈ ਹੈ। ਕਿਤੇ ਸਿਵਲ ਹਸਪੀਟਲ ਕੋਲ ਕਿੰਨੀਆਂ ਕੁ ਪ੍ਰਮਾਤਮਾ ਕਰੇ ਐਂ ਰੱਖੇ, ਕਿੰਨੀਆਂ ਕੁ ਡੈਥਸ ਹੋ ਗਈਆਂ ਲੁਧਿਆਣੇ ਜੀ ਜਿਹੜੇ ਇਹਨਾਂ ਦੇ ਵੱਲੋਂ ਇੱਥੇ ਕੋਈ। ਇਸ ਕਰਕੇ ਹੁਣ ਜ਼ਿਆਦਾ ਕੇਸ ਇਹ ਆ ਰਹੇ ਆ, ਘਬਰਾਉਣ ਦੀ ਲੋੜ ਨਹੀਂ। ਜਿਹੜੇ ਜਿਹਦੇ 'ਚ ਕੋਈ ਵੀ ਸਿੰਪਟਮਸ ਨਹੀਂ ਗਏ ਉਹ ਆਪਣੇ ਆਪ ਪ੍ਰਮਾਤਮਾ ਘਰੇ ਰਹਿ ਕੇ ਵੀ 15 ਪੇਸ਼ੈਂਟ ਨੇ ਘੱਟੋ ਘੱਟ ਹਰ ਦਿਨ ਦੇ, ਜਦੋਂ ਇਹ ਚੈੱਕ ਕਰਦੇ ਆ ਵੀ ਉਹ ਘਰੇ ਉਹਨਾਂ ਦਾ ਇਨਵਾਇਰਮੈਂਟ ਵਾਤਾਵਰਨ ਠੀਕ ਆ ਰਹਿਣ ਦਾ, ਤੇ ਉਹਨਾਂ ਨੂੰ ਘਰਾਂ 'ਚ ਇਜਾਜ਼ਤ ਦੇ ਰਹੇ ਆ। ਤਕਰੀਬਨ 14ਵੇਂ ਦਿਨ ਉਹਨਾਂ ਦੀ ਰਿਪੋਰਟ ਠੀਕ ਆ ਜਾਂਦੀ ਆ। ਤੇ ਇਸ ਕਰਕੇ ਇਹ ਨਹੀਂ ਘਬਰਾਉਣ ਦੀ ਲੋੜ ਵੀ ਜੇ ਅਸੀਂ ਟੈਸਟ ਹੀ ਨਹੀਂ ਕਰਾਉਣਾ, ਟੈਸਟ ਕਰਾ ਲਓ, ਜੇ ਤੁਹਾਡੀ ਮਰਜ਼ੀ ਆ, ਤੁਸੀਂ ਉਰੇ ਦਾਖਲ ਹੋਣਾ ਨਹੀਂ ਹੋਣਾ ਤਾਂ ਘਰੇ ਕੁਆਰੰਟੀਨ ਹੋ ਸਕਦੇ ਹੋ, ਕੋਈ ਮਨਾਹੀ ਨਹੀਂ, ਪਰ ਟੈਸਟ ਆ ਜਿਹੜਾ ਉਹ ਕਰਾਓ। ਪਰ ਇੱਕ ਗੱਲ ਮੈਨੂੰ ਜ਼ਰੂਰ ਮੇਰਾ ਆਪ ਦਾ, ਕਿਉਂਕਿ ਮੈਂ ਪਹਿਲਾਂ ਬਹੁਤ ਬੁਰੀ ਤਰ੍ਹਾਂ ਨਹੀਂ ਫ੍ਰੈਕਚਰ ਕੁਦਰਤੀ ਹੋ ਗਿਆ, ਚਲੋ ਇਹ ਦੱਸਣ ਵਾਲੀ ਗੱਲ ਨਹੀਂ, ਮੈਂ ਕੋਸ਼ਿਸ਼ ਕੀਤੀ ਸੀ ਵੀ ਵਾਲਾ ਨਾ ਪਤਾ ਲੱਗੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਦੋਂ ਵੀ ਮੈਂ ਦੇਖਦਾ, ਮੈਂ ਕਹਿੰਦਾ ਸਰਕਾਰ ਨੇ ਕੋਈ 5 ਫੁੱਟ 'ਤੇ ਬੋਰਡ ਐਸਾ ਨਹੀਂਗਾ ਜਿੱਥੇ ਨਹੀਂ ਲਿਖਿਆ ਵੀ ਮਾਸਕ ਪਾ ਲਓ ਜਾਂ ਕੱਪੜਾ ਬੰਨ੍ਹ ਲਓ, ਰੁਮਾਲ ਬੰਨ੍ਹ ਲਓ। ਪਰ ਮੈਂ 3 ਹਸਪੀਟਲਾਂ ਦੇ ਦੇਖਿਆ ਨੇੜੇ ਘੁੰਮ ਕੇ, ਚੱਕਰ ਮਾਰ ਕੇ, ਬਾਹਰ ਤਾਂ ਛੱਡੋ, ਹਸਪੀਟਲਾਂ ਦੇ ਨੇੜੇ ਤੇੜੇ ਵੀ ਕਿਸੇ ਨੇ ਜਿਹੜੇ ਮਾਸਕ ਨੇ ਉਹ ਪਾਏ ਨਹੀਂ। ਤੇ 2 ਜਾਂ 3 ਰੁਪਏ ਦਾ ਮਾਸਕ ਜੇ ਆਪਾਂ ਊਂ ਵੀ ਲਾ ਲਈਏ, ਰੋਜ਼ ਇਹਨੂੰ ਪਾਣੀ 'ਚ ਰਾਤ ਨੂੰ ਕੱਢ ਕੇ ਫਿਰ ਸਵੇਰੇ ਬੰਨ੍ਹ ਲਈਏ, ਤੇ ਲੋਕ ਵੰਡ ਵੀ ਬਥੇਰੇ ਰਹੇ ਨੇ, ਸੇਵਾ ਵੀ ਚੱਲ ਰਹੀ ਹੈ ਸਾਰੀ। ਕਿਉਂ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਥੋੜ੍ਹੀ ਜਿਹੀ ਗੱਲ ਪਿੱਛੇ? ਫਿਰ ਆਪਾਂ ਕਹੀ ਜਾਂਦੇ ਹਸਪੀਟਲਾਂ 'ਚ ਪ੍ਰਬੰਧ ਨਹੀਂ ਗੇ, ਜੇ ਬੈੱਡ ਨਹੀਂ ਗੇ, ਹੋਰ ਨਹੀਂ ਗੇ। ਪਰ ਆਪਾਂ ਉਹ ਜ਼ਰੂਰਤ ਉਸ ਲੈਵਲ 'ਤੇ ਆਪਾਂ ਹੁਣ ਤਾਂ ਇਹ ਤਾਂ ਮੰਨਾਂਗੇ ਨਾ ਵੀ ਇਹ ਬਿਮਾਰੀ ਕੋਈ ਕਿਤੋਂ ਤਾਂ ਆਪਣੇ ਆਪ ਤਾਂ ਲੱਗਦੀ ਨਹੀਂ। ਇਹ ਤਾਂ ਫੈਸਲਾ ਹੋ ਗਿਆ ਵੀ ਇਹਨੇ ਬਿਮਾਰੀ ਨੇ ਕਿਸੇ ਬੰਦੇ ਤੋਂ ਇਨਸਾਨ ਤੋਂ ਜਾਣਾ ਹੈ। ਤੇ ਉਹ ਆਪਾਂ ਹੁਣ ਜਿਹਨੂੰ ਆਮ ਲੋੜ ਨਹੀਂ ਗੀ ਜਾਂ ਉਹ ਮਾਸਕ
ਜੇ ਨਹੀਂ ਪਾਉਂਦਾ ਫਿਰ ਹੁਣ ਕਿਸੇ ਦਾ ਕਸੂਰ ਆ ਜੀ? ਇਹ ਦੱਸੋ ਤਾਂ ਮੈਨੂੰ। ਇਹ ਸਖਤੀ ਨਾਲ ਸਰਕਾਰ ਇੰਨੇ ਨੇ ਫਾਈਨ ਲਾ ਚੁੱਕੀ ਆ, 500 ਰੁਪਈਆ, 1000 ਰੁਪਈਆ, ਉਹ ਵੀ ਉਹਨੇ ਦਾ ਤਾਂ ਮਾਸਕ ਨਹੀਂ ਗਾ। ਅਤੇ ਸਮਝ ਤੋਂ ਬਾਹਰ ਆ। CM ਸਾਹਿਬ, ਜਿੰਨਾ ਮੈਂ ਸਮਝਦਾ ਚੀਫ ਮਿਨਿਸਟਰ ਸਾਹਿਬ ਸਾਰਾ ਦਿਨ ਇਸ ਕੰਮ 'ਤੇ ਲੱਗੇ ਰਹਿੰਦੇ ਆ, ਸਾਰਾ ਦਿਨ ਉਹ ਲੋਕਾਂ ਨੂੰ ਅਪੀਲ ਕਰਦੇ ਆ, ਗੱਲਾਂ ਕਰਦੇ ਆ, ਡਾਕਟਰਸ ਦੀਆਂ VC ਕਰਦੇ ਆ ਨੇ, ਕੋਈ ਕਸਰ ਨਹੀਂ ਛੱਡੀ। ਇੱਦੋਂ ਵੱਧ ਮੈਂ ਨਹੀਂ ਸਮਝਦਾ ਜਿਹਨੂੰ ਕਹਿ ਸਕਦੇ ਆ ਵੀ ਇੰਟਰਸਟ ਜਾਂ ਧਿਆਨ ਆ ਜਿਹੜਾ ਉਹ ਮੁੱਖ ਮੰਤਰੀ ਜਾਂ ਸਰਕਾਰ ਜਾਂ ਮੰਤਰੀ ਜਾਂ ਹੈਲਥ ਮਹਿਕਮਾ ਜਾਂ ਹੋਰ ਨੇ ਜਿਹੜੇ ਲਾ ਸਕਦਾ ਏ। ਹਾਂ, ਇਹ ਮੈਂ ਕੋਈ ਸ਼ੱਕ ਨਹੀਂ ਵੀ ਕਿਤੇ ਹੁਣ ਇੱਕਦਮ ਕੋਈ ਨਵੇਂ ਕਮਰੇ, ਨਵੀਆਂ ਚੀਜ਼ਾਂ ਤਾਂ ਬਣਨ ਨੂੰ ਉਹਨੂੰ ਤਾਂ ਟਾਈਮ ਲੱਗਦਾ, ਪਰ ਜਿਹੜਾ ਜਿੱਥੇ ਤੱਕ ਸਾਡੀ ਡਾਕਟਰਾਂ ਦੀ ਟੀਮ ਆ ਉਹਨਾਂ ਨੇ ਜਿੱਦਾਂ ਇਸ ਰਿਮਾਰਕੇਬਲ ਕੰਮ ਕੀਤਾ ਹੈ, ਉਹ 'ਚ ਕੋਈ ਵੀ ਕਮੀ ਨਹੀਂ। ਉਹਨਾਂ ਨੂੰ ਜਿੰਨਾ ਦੇਖੋ, ਮੀਡੀਆ ਇੱਕ ਚੌਥਾ ਪਿਲਰ ਆ। ਜਦੋਂ ਮੀਡੀਆ 'ਚ ਇੱਕ ਕੋਈ ਪੋਜ਼ੀਟਿਵ ਖਬਰ ਆਉਂਦੀ ਹੈ ਤਾਂ ਜਾਨ ਪੈ ਜਾਂਦੀ ਹੈ, ਜੇ ਨੈਗੇਟਿਵ ਖਬਰ ਆਉਂਦੀ ਆ ਤਾਂ ਉਸੇ ਵੇਲੇ ਉਦਾਸੀ ਛਾ ਜਾਂਦੀ ਹੈ। ਅਤੇ ਮੈਂ ਸਮਝਦਾ ਤੁਸੀਂ ਇਹਨਾਂ ਨੂੰ ਸ਼ਾਬਾਸ਼ੀ ਆਉਣ ਵਾਲੇ ਦਿਨਾਂ ਜਿਹੜੀ ਦਿੱਤੀ ਹੈ, ਉਹਦੇ ਨਾਲ ਡਾਕਟਰਾਂ ਨੇ ਬੜਾ ਅੱਗੇ ਵੱਧ ਕੇ ਚੰਗੇ ਕੰਮ ਆ ਜਿਹੜੇ ਉਹ ਕੀਤੇ ਆ। ਬਿੱਟੂ ਜੀ, ਗੱਲ ਇਹ ਆਉਂਦੀ ਆ ਵੀ ਲੋਕ ਹੁਣ ਤੁਹਾਡੇ ਤੋਂ ਵੀ ਥੋੜ੍ਹਾ ਜਿਹਾ ਨਾਰਾਜ਼ ਨੇ। ਗੱਲਾਂ ਆਈਆਂ ਵੀ ਕਰੋਨਾ ਵਾਇਰਸ ਦੇ ਚਲਦਿਆਂ ਵੀ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਆ ਦਿਖੇ ਨਹੀਂ, ਲੁਧਿਆਣੇ ਮਿਲੇ ਨਹੀਂ ਲੋਕਾਂ ਨੂੰ, ਲੁਧਿਆਣੇ ਗੱਲਬਾਤ ਨਹੀਂ ਕੀਤੀ, ਪਰ ਫੇਸਬੁੱਕ 'ਤੇ ਲਾਈਵ ਜੱਜੀ ਵੀ ਅਤੇ ਦਲਜੀਤ ਦੋਸਾਂਝ ਦੇ ਖਿਲਾਫ ਜ਼ਰੂਰ ਹੋਏ, ਪਰ ਲੋਕਾਂ ਦਾ ਇੱਕ ਤੁਹਾਡੇ ਖਿਲਾਫ ਜਿਹੜੀ ਨਾਰਾਜ਼ਗੀ ਵੀ ਆ ਰਹੀ ਹੈ। ਰੱਬ ਦੇ ਵਾਸਤੇ ਆ ਹੁਣੀ ਆਪਾਂ ਕਹਿ ਕੇ ਹਟੇ ਹਾਂ ਵੀ ਭਾਈ ਜਿੱਥੇ ਵੀ ਕਿਸੇ ਨੇ ਰੈਲੀ ਕੀਤੀ ਆ, ਇਕੱਠ ਕੀਤੇ ਆ, ਮਿਲੇ ਨੇ ਲੋਕ, ਉਹਨਾਂ 'ਤੇ ਪਰਚੇ ਦਰਜ ਹੋਏ ਆ। ਹੁਣੀ ਆ ਤੁਹਾਡੀ ਟੀਮ ਪੁੱਛ ਕੇ ਵੀ ਢੀਂਡਸਾ ਸਾਹਿਬ ਕੱਲ੍ਹ ਆਏ ਸੀ ਜੀ, ਇਕੱਠ ਕਰ ਲਿਆ। ਮੈਨੂੰ ਹੋ ਜੇ ਕੋਈ ਗੱਲ ਨਹੀਂ, ਮੈਂ ਲੋਕਾਂ ਨੂੰ ਕਰੋਨਾ ਕਰਾਵਾਂ ਮੈਂ ਇਕੱਠੇ ਕਰ ਮੈਨੂੰ ਕਿਹੜਾ ਸਿਆਣਾ ਕਹੂਗਾ, ਮੈਨੂੰ ਕਿਹੜਾ ਅਕਲਮੰਦ ਕਹੂਗਾ ਵੀ ਜਦੋਂ ਮੇਰੇ ਰੋਜ਼ 500 ਬੰਦਾ ਮੈਂ ਇਕੱਠਾ ਕਰਕੇ ਜਾਂ ਮੈਂ ਕਿਸੇ ਰੋਜ਼ ਕਾਉਂਸਲਰ ਦੇ ਘਰੇ ਆ ਕੇ ਬਹਿ ਜਾਵਾਂ ਵੀ ਮੈਨੂੰ ਲੋਕ ਕਹਿਣ ਵਾਹ 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 ਬਿੱਟੂ ਬਹੁਤ ਵਧੀਆ ਕੰਮ ਕਰ ਰਿਹਾ, ਅਤੇ ਉਹਦਾ ਨੁਕਸਾਨ ਜੇ ਲੋਕਾਂ ਨੂੰ ਹੋ ਜੇ, ਮੈਂ ਤਾਂ ਆਪਣੀ ਸਿਆਣਪ ਦੇਖਣੀ ਆ। ਕਿਸ ਦੇ ਕਹਿਣ ਤੋਂ ਮੈਨੂੰ ਕੀ ਫਰਕ ਆ, ਕੋਈ ਕੁਛ ਕਹੀ ਜਾਵੇ, ਪਰ ਮੈਂ ਦੇਖਣਾ ਲੋਕਾਂ ਦਾ ਚੰਗਾ ਕਿਵੇਂ ਆ, ਲੋਕਾਂ ਦਾ ਫਾਇਦਾ ਕਿਵੇਂ ਆ। ਜਦੋਂ ਲੋੜ ਪਈ ਇੱਕ ਦੇਖੋ, ਕਹਿਣਾ ਨਹੀਂ ਚਾਹੀਦਾ, ਖੈਰ ਲੋਕ ਭੁੱਲ ਜਾਂਦੇ ਆ, ਤੁਸੀਂ ਵੀ ਭੁੱਲ ਜਾਂਦੇ ਹੋ, ਪ੍ਰੈਸ ਬੜੀ ਛੇਤੀ ਭੁੱਲ ਜਾਂਦੀ ਆ। ਲੋਕਾਂ ਦਾ ਕਹਿਣਾ ਨਹੀਂ, ਤੁਸੀਂ ਸੁਣ ਲਓ, ਫਿਰ ਲੋਕਾਂ ਦਾ ਕਹਿਣਾ ਤੁਸੀਂ ਜਵਾਬ ਦਿਆ ਕਰੋ ਨਾ। ਕਿਹੜੇ ਲੋਕ ਕਹਿੰਦੇ ਆ, ਕੋਈ ਪੋਲੀਟੀਕਲ ਜਿਹੜੇ ਆਰੋਪੀ ਨੇ ਉਹ ਕਹਿੰਦੇ ਆ, ਉਹਨਾਂ ਨੂੰ ਮੈਂ ਕਦੇ ਕਿਸੇ ਨੂੰ ਕੁਛ ਨਹੀਂ ਕਿਹਾ ਲੁਧਿਆਣੇ। ਮੇਰੀ ਗੱਲ ਸੁਣੋ, ਜਦੋਂ ਸਾਡੇ ਭਾਈ ਨਿਰਮਲ ਜੀ ਦੀ ਕਿਸੇ ਨੇ ਬਾਡੀ ਲੈਣੋਂ, ਸੰਸਕਾਰ ਕਰਨੋਂ ਮਨਾ ਕਰਤਾ ਕਿਸੇ ਸ਼ਮਸ਼ਾਨ ਘਾਟ 'ਚ, ਮੈਂ ਬੜਾ ਦੁਖੀ ਹੋਇਆ ਵੀ ਦੇਖੋ ਮੇਰੇ ਨਾਲ ਉਹਨਾਂ ਦਾ ਰਿਸ਼ਤਾ ਵੀ ਸੀ, ਵੀ ਇੱਕ ਐਡਾ ਵੱਡਾ ਹਜ਼ੂਰੀ ਰਾਗੀ ਦਰਬਾਰ ਸਾਹਿਬ 'ਚ, ਅਤੇ ਉਹ ਰਾਗੀ ਜਦੋਂ ਬਲੂ ਸਟਾਰ ਹੋਇਆ ਅਤੇ ਉਹ ਕੀਰਤਨ ਅੰਦਰ ਦਰਬਾਰ ਸਾਹਿਬ ਦੇ ਇਹ ਗੱਲਾਂ ਤਾਂ ਕਰਦੇ ਆ ਨਾ ਬੜੀਆਂ ਜਿਹੜੇ ਗਰਮ ਖਿਆਲੀ ਨੇ ਕਈ ਹੋਰ ਨੇ, ਉਹ ਸੀ ਜਿੱਦਣ ਗੋਲੀ ਚੱਲਦੀ ਸੀ ਅਤੇ ਅੰਦਰ ਕੀਰਤਨ ਭਾਈ ਨਿਰਮਲ ਜੀ ਕਰ ਰਹੇ ਸੀ, ਅਤੇ ਜਿੱਦਣ ਉਹਨਾਂ ਦੀ ਮੌਤ ਹੋਈ ਕਿਸੇ ਨੇ ਸ਼ਮਸ਼ਾਨ ਘਾਟ ਉਹਨਾਂ ਨੂੰ ਨਹੀਂ ਦਿੱਤੀ। ਇਹ ਇਹੋ ਜਿਹੇ ਲੋਕ ਨੇ। ਅਤੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਡੇ DSP ਕੋਹਲੀ ਸਾਹਿਬ ਦੀ ਡੈਥ ਹੋ ਗਈ ਕਰੋਨਾ ਕਰਕੇ, ਅਤੇ ਮੈਂ ਉਸੇ ਵਕਤ ਮੈਂ ਦਿੱਲੀ ਸੀ, ਮੈਂ ਚੱਲਿਆ ਵੀ ਕਿਤੇ ਇਹ ਮੈਸੇਜ ਜਿਹੜਾ ਇਹ ਅੱਜ ਦੇਣਾ ਜ਼ਰੂਰੀ ਆ ਪੋਲੀਟੀਕਲ ਬੰਦੇ ਦਾ, ਵੀ ਬਾਡੀ ਲੈ ਕੇ ਸੰਸਕਾਰ ਮੈਂ ਕਰਾਊਂਗਾ, ਵੀ ਅੱਗੇ ਤੋਂ ਇਹ ਤਾਂ ਲੋਕ ਹਟ ਜਾਣ, ਆਪਣੇ ਪਰਿਵਾਰ ਤਾਂ ਆਪਣੀ ਜਿਹੜੀ ਬਾਡੀ ਆ ਉਹ ਪਰਿਵਾਰਿਕ ਮੈਂਬਰ ਦੀ ਲੈ ਲੈਣ, ਲੋਕ ਅੰਤਿਮ ਅਰਦਾਸ ਤਾਂ ਕਰ ਲੈਣ, ਭੋਗ ਤਾਂ ਪਾ ਲੈਣ, ਪਰ ਉਹ ਉਦਣ ਤੋਂ ਬਾਅਦ ਉਹ ਰਵਨੀਤ ਬਿੱਟੂ ਸੀ ਜਿਹੜਾ ਕੋਹਲੀ ਸਾਹਿਬ ਦੇ ਸੰਸਕਾਰ 'ਚ ਸ਼ਾਮਲ ਹੋ ਕੇ ਉਦੋਂ ਬਾਅਦ ਸਭ ਆਪਣੀਆਂ ਬਾਡੀਜ਼ ਲੈਣ ਲੱਗ ਗਏ, ਹੋਰ ਕਰਨ ਲੱਗ ਗਏ। ਕੋਸ਼ਿਸ਼ ਕੀਤੀ, ਉਹ ਸਾਡਾ ਫਰਜ਼ ਆ, ਕਿਉਂਕਿ ਲੋਕਾਂ ਨੇ 3 ਵਾਰ MP ਬਣਾਤਾ, ਜੇ ਹਜੇ ਵੀ ਘਰੇ ਹੀ ਬਹਿਣਾ। ਜਿੱਥੇ ਵੀ ਕਰੋਨਾ ਪੇਸ਼ੈਂਟ ਸੀ, ਜਦੋਂ ਨਰੇਟ ਸਾਹਿਬ ਤੋਂ ਤੁਹਾਨੂੰ ਪਤਾ ਹੈ, ਇਕੱਲੇ ਦੇ ਕੋਲ ਜਾ ਕੇ ਆਪ ਗੱਲ ਕੀਤੀ। ਚਲੋ ਉਹ ਸਾਡਾ ਫਰਜ਼ ਆ, ਡਿਊਟੀ ਆ, ਜੇ ਸਾਡੇ ਤੋਂ ਕੋਈ ਇਹ ਕੁਐਸਚਨ ਨਹੀਂ ਪੁੱਛਦਾ ਸਾਡਾ ਫਰਜ਼ ਆ ਜਵਾਬ ਦੇਣਾ, ਪਰ ਮੈਂ ਲੋਕਾਂ ਨੂੰ ਇਕੱਠੇ ਕਰਾ ਕੇ ਕਰੋਨਾ ਨਹੀਂ ਕਰਾਉਣਾ। ਹਜੇ ਤਾਂ 1 ਸਾਲ ਹੀ ਹੋਇਆ ਹੈ, ਇਲੈਕਸ਼ਨ ਹੁਣੀ 1 ਸਾਲ ਹੀ ਹੋਇਆ ਹੋਈ ਨੂੰ, ਤੀਜੀ ਵਾਰ ਲੋਕਾਂ ਨੂੰ ਬਣਾਏ ਨੂੰ। MP ਦਾ ਜਿਹੜਾ ਕੰਮ ਆ ਉਹ ਲੋਕ ਜਾਣਦੇ ਨੇ, MP ਦਾ ਕੰਮ ਕਿਸ ਲੈਵਲ 'ਤੇ ਆ, ਕੀ ਹਜੇ ਵੀ ਮੈਂ ਤਾਂ ਇਹੀ ਕਹੂੰਗਾ ਵੀ ਆਹ ਜਿਹੜੇ 2 ਮਹੀਨੇ ਨੇ ਰੱਬ ਦੇ ਵਾਸਤੇ ਅੰਦਰ ਰਹਿ ਕੇ
ਲੋਕਾਂ ਨੂੰ ਵੀ ਨਾ ਬਿਮਾਰ ਕਰੋ, ਲੋਕਾਂ ਨੂੰ ਵੀ ਨਾ ਮਾਰੋ। ਇਹ ਜਿਹੜੀ ਸਿਆਸਤ ਆ, ਇਹ ਕਰਨ ਦਾ ਬੜਾ ਟਾਈਮ ਪਿਆ ਹੈ, ਇਹ ਅੱਗੇ ਕਰਦੇ ਆਏ ਹੋ, ਕਰਦੇ ਰਹੋ, ਪਰ ਰੱਬ ਦੇ ਵਾਸਤੇ ਇਹ ਮਹਾਮਾਰੀ ਦੇ ਵਿੱਚ ਇਹ ਟਾਈਮ ਐਸਾ ਹੈ ਜਿਹਦੇ ਵਿੱਚ ਲੋਕਾਂ ਨੂੰ ਬਖਸ਼ ਦਿਓ। ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ, ਜਿਹੜੇ ਕੁਛ ਛੋਟੇ ਮੋਟੇ ਚੈਨਲਾਂ ਵਾਲੇ ਵੀ ਨੇ, ਦੂਜੇ ਦੇ ਚਲੇ ਗਏ, ਆਪ ਹੀ ਸਵਾਲ ਪੁੱਛ ਲਿਆ, ਉਹ ਤੋਂ 2 ਸ਼ਬਦ ਆਪ ਹੀ ਪੁੱਠੇ ਜੇ ਪਹਿਲਾਂ ਕਹਿ ਕੇ ਵੀ ਤੁਸੀਂ ਐਂ ਬੋਲ ਦਿਓ ਜੀ ਉਲਟ, ਫਿਰ ਉਹਦੇ ਕੋਲ ਆ ਜਾਂਦੇ ਆ, ਉਹ ਤੋਂ 2 ਸ਼ਬਦ ਉਲਟ ਬੁਲਵਾ ਕੇ ਫਿਰ ਉਹ ਤੋਂ ਪੁੱਛਣ ਚਲੇ ਜਾਂਦੇ ਆ। ਉਹ ਕੰਮ ਐਂ ਹੀ ਖੇਡੀ ਜਾਂਦੇ ਆ। ਉਹ 'ਚ ਲੋਕਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ। ਲੋਕ ਤਾਂ ਮਤਲਬ ਹਾਸਾ ਮਜ਼ਾਕ ਵਾਲੇ ਬੜੇ ਬੜੇ ਪਾਕਿਸਤਾਨੀ ਆਉਂਦੇ ਆ ਅਤੇ ਇੰਜੋਏ ਕਰਦੇ ਆ ਇਹੋ ਜਿਹੇ। ਇਹ ਸੀਰੀਅਸਨੈਸ ਆ ਜਿਹੜੀ ਉਹ ਲਿਆਉਣੀ ਚਾਹੀਦੀ ਆ, ਮੁੱਦਿਆਂ ਦੀ ਗੱਲ ਕਰਕੇ ਹੋਣੀ ਚਾਹੀਦੀ ਆ। ਰੋਹਬਾਜ਼ੀ ਕਰਕੇ ਮੈਨੂੰ ਨਹੀਂ ਲੱਗਦਾ ਅੱਜ ਤੱਕ ਕੁਛ ਨਿਕਲਿਆ ਹੈ। ਅਤੇ ਮੇਰੀ ਰਾਜਨੀਤੀ, ਚਾਹੇ ਮੈਂ ਬੜੇ ਛੋਟੇ ਜੀਵਨ ਸ਼ੁਰੂ ਕਰ ਲਈ ਸੀ, ਮੈਂ ਜੋ ਦੇਖਿਆ ਸਿੱਖਿਆ ਹੈ ਅਤੇ ਉਹ ਸੀਰੀਅਸਨੈਸ ਆ ਜਿਹੜੀ ਹੋਣਾ ਚਾਹੀਦੀ ਹੈ। ਡਰਾਮੇਬਾਜ਼ੀ ਨਹੀਂ, ਰੋਹਬਾਜ਼ੀ ਨਹੀਂ। ਮੈਂ ਲੁਧਿਆਣੇ ਦੇ ਲੀਡਰ ਦੇ ਕਦੇ ਕਿਸੇ ਦੇ ਮੈਂ ਕਦੇ ਉਲਟ ਨਹੀਂ ਬੋਲਿਆ, ਨਾ ਕਦੇ ਮੇਰਾ ਮਾਨਾ ਵੀ, ਨਾ ਮੈਂ ਕਦੇ ਬੋਲਣਾ। ਜੇ ਬਹੁਤ ਹੀ ਕੋਈ ਹੱਦ ਬੰਨਾ ਹੀ ਟੱਪ ਜੇ, ਯਾਰ ਇੰਨਾ ਕੁ ਲੁਧਿਆਣਾ ਹੈ, ਉਹ 'ਚ ਹੀ ਨਹੀਂ ਆਪਾਂ ਰਿਸ਼ਤੇ ਬਣਾ ਸਕਦੇ ਆਪਸ ਵਿੱਚ। ਬਹੁਤ ਉਹ ਲੀਡਰ ਨੇ ਉਲਟ ਬੋਲਣ ਨੂੰ, ਹੋਰ ਬਹੁਤ ਚੀਜ਼ਾਂ ਨੇ, ਪਰ ਲੁਧਿਆਣੇ 'ਚ ਤਾਂ ਅਸੀਂ ਆਪਣਾ ਰਿਸ਼ਤਾ ਜਿਹੜਾ ਬਣਾ ਕੇ ਰੱਖੀਏ, ਜਿਹੜਾ ਸਾਡਾ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਹੈ। ਮੁੱਦਿਆਂ 'ਤੇ ਲੜੀਏ, ਨੌਵਾਂ 'ਤੇ ਨਾ ਲੜੀਏ। ਪਰ ਲੋਕਾਂ ਨੇ ਨੌ ਬੜੇ ਕਰ ਲਏ, ਪਾਰਟੀਆਂ ਤੋਂ ਵੱਡੇ ਲੀਡਰ ਬੜੇ ਕਰ ਲਏ, ਤਾਂ ਹੀ ਉਹਦਾ ਨੁਕਸਾਨ ਹੋ ਰਿਹਾ। ਅੱਜ ਵੀ ਉਸ ਪਾਰਟੀ ਦੀ ਵਿਚਾਰਧਾਰਾ ਦੇਖੋ, ਪਾਰਟੀ ਦੇ ਕੰਮ ਦੇਖੋ, ਬੰਦੇ ਨੂੰ ਨਾ ਦੇਖੋ। ਬੰਦਿਆਂ ਨੇ ਆਉਣਾ ਜਾਣਾ, ਇਹ ਵਿਚਾਰਧਾਰਾ ਇਹਨੇ ਲੋਕਾਂ ਦੇ ਉਹ 'ਚ ਰਹਿਣਾ ਹੈ ਵੀ ਕਿਸ ਤਰੀਕੇ ਨਾਲ ਦੇਸ਼ ਨੂੰ ਕਿਹੜੇ ਰਾਹ 'ਤੇ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ। ਭਾਈ ਨਿਰਮਲ ਸਿੰਘ ਜੀ ਦੀ ਗੱਲ ਕੀਤੀ ਹੈ, ਪਰ ਜਿਹੜਾ ਉਹਨਾਂ ਦਾ ਸੰਸਕਾਰ ਰੋਕਿਆ ਗਿਆ, ਉਹ ਵੀ ਜਿਹਨੇ ਰੋਕਿਆ ਉਹ ਤੁਹਾਡੀ ਪਾਰਟੀ ਨਾਲ ਹੀ ਬਿਲੋਂਗ ਕਰਦਾ ਸੀ ਬੰਦਾ। ਉਹ ਵੀ ਮੈਂ ਕਿਹਾ ਜੀ, ਉਹ ਤਾਂ ਜੀ ਦਾ ਸੰਸਕਾਰ ਤਾਂ ਉਹ ਲੋਕ ਨਹੀਂ ਉਹਨੂੰ ਸਜ਼ਾ ਦੇਣਗੇ, ਉਹ ਪਰਮਾਤਮਾ ਹੀ ਸਜ਼ਾ ਦੇਊਗਾ ਜਿਹਨੇ ਵੀ ਇਹ ਕੰਮ ਜਿਹੜਾ ਇਹ ਰੋਕਿਆ ਹੈ। ਇਹ ਕਿਤੇ ਉਹ ਕਿਸੇ ਪਾਰਟੀ ਦੇ ਸੀਗੇ, ਕਿਸੇ ਇਹ 'ਚ ਸੰਸਕਾਰ 'ਚ ਜਿਹੜੀਆਂ ਸ਼ਮਸ਼ਾਨ ਘਾਟਾਂ ਹੈ, ਉਹ ਵੀ ਸਾਡੇ ਪਾਰਟੀਆਂ ਦੇ ਨਾਂ 'ਤੇ ਹੋ ਗਈਆਂ, ਉਹ ਵੀ ਕਾਂਗਰਸ, ਅਕਾਲੀ ਦਲ, BJP ਦੀਆਂ ਹੋ ਗਈਆਂ। ਇਸ ਕਰਕੇ ਪਤਾ ਨਹੀਂ ਕਿੱਥੇ ਤੱਕ ਪੱਧਰ ਚਲੇ ਗਿਆ, ਮੈਨੂੰ ਨਹੀਂ, ਮੇਰੇ ਸਮਝ ਤੋਂ ਬਾਹਰ ਆ। ਜੋ ਅਸੀਂ ਸੰਸਕਾਰ ਸਿੱਖੇ ਆ, ਜਾਂ ਅਸੀਂ ਆਪਣੇ ਦਾਦਾ ਜੀ ਉਹਨਾਂ ਨੂੰ ਦੇਖਦੇ ਰਹੇ ਹਾਂ, ਇੱਕ ਦੂਜੇ ਨਾਲ ਜਿਹੜਾ ਵਿਰੋਧੀ ਹੁੰਦਾ ਸੀ, ਉਹ ਅੰਦਰ ਵਿਧਾਨ ਸਭਾ ਦੇ ਜਾਂ ਮੁੱਦਿਆਂ 'ਤੇ ਇੱਕ ਦੂਜੇ ਨੂੰ ਵੱਧ ਲੜਦੇ ਸੀ। ਪਰ ਜਦੋਂ ਸਮਾਜ ਦੀ ਗੱਲ ਆ ਜਾਂਦੀ ਸੀ, ਲੋਕਾਂ ਦੀ ਗੱਲ ਆ ਜਾਂਦੀ ਸੀ, ਤਾਂ ਇਕੱਠੇ ਹੋ ਕੇ ਲੋਕਾਂ ਲਈ ਇੱਕ ਆਵਾਜ਼ ਉਠਾ ਕੇ ਉਹ ਲੜਦੇ ਸੀ। ਅਸੀਂ ਤਾਂ ਉਹ ਸਿੱਖਿਆ। ਜਾਂ ਕਾਂਗਰਸ, ਅਕਾਲੀ ਦਲ, BJP, ਇਹ ਬਹੁਤ ਛੋਟੀਆਂ ਗੱਲਾਂ ਇਨਸਾਨੀਅਤ ਦੇ ਮੂਹਰੇ। ਜੀ ਤੁਸੀਂ ਗੱਲ ਕੀਤੀ ਹੈ ਵੀ ਸਾਰੇ ਇਕੱਠੇ ਹੋ ਕੇ, ਇਹ ਮੈਂ ਪਹਿਲੀ ਵਾਰੀ ਕਿਸੇ ਲੀਡਰ ਤੋਂ ਗੱਲ ਸੁਣ ਰਿਹਾ ਵੀ ਸਾਰੇ ਇਕੱਠੇ ਹੋਣ, ਜਿਹੜਾ ਕਹਿ ਸਕਦੇ ਆ ਕੋਵਿਡ ਦੇ ਖਿਲਾਫ ਸਾਰੇ ਇਕੱਠੇ ਹੋਣ। ਨਹੀਂ ਦੇਖੋ, ਅਸੀਂ ਹੋ ਸਕਦੇ ਹਾਂ, ਅਸੀਂ ਕੋਈ ਜ਼ਮੀਨ ਵੰਡਣੀ ਹੈ ਕਿਸੇ ਨਾਲ, ਦੱਸੋ ਮੈਨੂੰ। ਇਲੈਕਸ਼ਨ ਹੋਈ, ਇਲੈਕਸ਼ਨ ਖਤਮ ਹੋ ਗਈ, ਉਦੋਂ ਬਾਅਦ ਸਾਰੇ ਇੱਕ ਅਸੀਂ ਸਾਡੀ ਲੜਾਈ ਕਰੀ ਆ, ਸਾਡੀ ਲੜਾਈ ਲੋਕਾਂ ਪਿੱਛੇ ਆ ਨਾ, ਕੰਮਾਂ ਪਿੱਛੇ ਆ। ਜੇ ਸਾਡੀ ਜਾਤੀ ਲੜਾਈ ਹੈ, ਇਹਦਾ ਮਤਲਬ ਫਿਰ ਅਸੀਂ ਤਾਂ ਕੁਛ ਵੀ ਨਹੀਂ, ਸਾਡੇ 'ਚ ਫਿਰ ਕੀ ਫਰਕ ਰਹਿ ਗਿਆ। ਅਸੀਂ ਆਪਣੇ ਨੂੰ ਸਮਾਜ ਸੇਵੀ ਕਹਿੰਦੇ ਹਾਂ, ਅਸੀਂ ਕਹਿੰਦੇ ਜੀ ਅਸੀਂ ਸਾਰਾ ਮੁਲਕ ਬਦਲ ਕੇ ਰੱਖ ਦਾਂਗੇ। ਅਤੇ ਜੇ ਤੁਸੀਂ ਆਪਣਾ ਹੋਮਾ ਭੁੱਲ ਕੇ ਇੱਕ ਦੂਜੇ ਨੂੰ ਇਕੱਠੇ ਨਾ ਹੋ ਸਕੀਏ, ਅਤੇ ਮੇਰੀ ਤਾਂ ਖੁੱਲ੍ਹਾ, ਮੈਂ ਹਮੇਸ਼ਾ ਕਹਿਣਾ ਹੁੰਦਾ, ਚਲੋ ਜਿਸ ਲੈਵਲ 'ਤੇ ਹੈਗੇ ਆ, ਵੀ ਵੱਧ ਤੋਂ ਵੱਧ ਇਲੈਕਸ਼ਨਾਂ ਤੋਂ ਬਾਅਦ, ਉਹ 15 ਦਿਨਾਂ ਤੋਂ ਬਾਅਦ ਇੱਕ ਦੂਜੇ ਨੂੰ ਉਸੇ ਤਰੀਕੇ ਨਾਲ ਪਰਿਵਾਰ ਵਾਂਗੂ ਰਹਿਣਾ ਚਾਹੀਦਾ। ਹਾਰ ਆ, ਜਿੱਤ ਆ, ਉਹ ਲੋਕਾਂ ਨੇ ਫੈਸਲਾ ਕਰਨਾ। ਉਹ ਅਸੀਂ ਤਾਂ ਕਿਸੇ ਨੂੰ ਢਾਉਣਾ ਨਹੀਂ ਹੁੰਦਾ ਵੀ ਮੈਂ ਕਿਸੇ ਦੀ ਪਿੱਠ ਲਵਾਤੀ, ਜਾਂ ਮੇਰੀ ਕਿਸੇ ਨੇ ਲਵਾਤੀ, ਜਾਂ ਮੈਂ ਲਵਾਤੀ। ਉਹਨਾਂ ਲੋਕਾਂ ਨੇ ਫੈਸਲਾ ਕਰਤਾ। ਉਸ ਤੋਂ ਬਾਅਦ ਜਿਹੜੇ ਰਿਸ਼ਤੇ ਆ, ਉਹ ਲੋਕਾਂ ਦੇ ਕੰਮ ਪਿੱਛੇ ਇਕੱਠੇ ਹੋਣੇ ਚਾਹੀਦੇ ਆ। ਪਰ ਇਸ ਲਈ ਥੋੜ੍ਹਾ ਚਿਰ 2 ਮਹੀਨੇ ਲੰਘ ਜਾਣ, ਉਦੋਂ ਬਾਅਦ ਮੈਂ ਆਪ ਬੇਨਤੀ ਕਰੂੰਗਾ ਸਾਰਿਆਂ ਨਾਲ ਗੱਲ ਕਰਕੇ, ਜਿਹੜੇ ਵੀ ਸੀਨੀਅਰ ਲੀਡਰਸ਼ਿਪ ਨੇ, ਅਸੀਂ ਚੀਫ ਮਿਨਿਸਟਰ ਸਾਹਿਬ ਤੋਂ ਟਾਈਮ ਲੈ ਕੇ, ਜਾਂ ਪ੍ਰਧਾਨ ਮੰਤਰੀ ਜੀ, ਜਾਂ ਅਮਿਤ ਸ਼ਾਹ ਜੀ, ਜਿਹਦੇ ਕੋਲ ਵੀ ਸਾਨੂੰ ਜਾਣਾ ਪਏਗਾ ਇਸ ਲੁਧਿਆਣੇ ਦੇ ਪਿੱਛੇ, ਇਹ ਹਸਪੀਟਲ ਦੇ ਕੰਮ ਪਿੱਛੇ, ਅਸੀਂ ਹਰ ਹਾਲ ਜਾਵਾਂਗੇ। ਜਿਵੇਂ ਕਿ ਅਸੀਂ ਰਵਨੀਤ ਸਿੰਘ ਬਿੱਟੂ ਜੀ ਨਾਲ ਗੱਲਬਾਤ ਕਰਕੇ ਹਟੇ ਹਾਂ, ਅਤੇ ਇਹਨਾਂ ਦਾ ਇਹਨਾਂ ਦਾ ਇਹ ਵੀ ਕਹਿਣਾ ਸੀ ਵੀ ਇਹ ਜਿਹੜਾ ਹੈ ਕੋਈ ਇਕੱਠ ਨਹੀਂ ਕਰਨਾ ਚਾਹੁੰਦੇ, ਅਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਕੋਵਿਡ ਨਾਲ ਲੜਨ ਲਈ ਜਿਹੜੀ ਪਾਰਟੀਬਾਜ਼ੀ ਤੋਂ ਉੱਪਰ ਗੱਲਾਂ ਕੀਤੀਆਂ ਜਾਣ। ਜਿਹੜੇ ਕਾਂਗਰਸ ਦੇ ਹੋ ਗਏ ਨੇਤਾ, ਅਕਾਲੀ ਦਲ ਦੇ, ਲੋਕ ਇਨਸਾਫ ਪਾਰਟੀ ਦੇ, ਜਿਹੜੇ ਇਕੱਠੇ ਹੋ ਕੇ ਜਿਹੜੇ ਨੇ ਚੱਲਣ। ਅਤੇ ਇਹਨਾਂ ਨੇ ਬੈਂਸ ਸਾਹਿਬ ਨੂੰ ਵੀ ਜਿਵੇਂ ਅੱਜ ਕਿਹਾ, ਜਿਵੇਂ
ਅਕਸਰ ਗੱਲਾਂ ਇਹਨਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਰਹਿੰਦੇ, ਪਰ ਇਹਨਾਂ ਨੇ ਜਿਹੜਾ ਹੈ ਬੈਂਸ ਸਾਹਿਬ ਨੂੰ ਵੀ ਅੱਜ ਕਿਹਾ ਵੀ ਉਹ ਵੀ ਸਾਡੇ ਨਾਲ ਜਿਹੜਾ ਹੈ ਇਕੱਠੇ ਹੋ ਕੇ ਚੱਲਣ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਮੈਂ ਹਾਂ ਕੁਵਰਜੋਤ ਸਿੰਘ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।